ਡੀਐਮ ਸਾਹਿਬ ਨੇ ਤੇ ਐਪੀਐਸ ਨੇ। ਤੁਸੀਂ ਆਪਣੀ ਗੱਲ ਕਰੋ, ਜੋ ਕਹਿਣਾ ਚਾਹੁੰਦੇ ਹੋ ਆਪਣਾ ਨਿਰਾਕਾਰ ਕਰੋ, ਆਪਣੀ ਗੱਲ ਦਾ ਦੱਸੋ। ਤੁਹਾਡੇ ਮਨ 'ਚ ਕੋਈ ਗੱਲ ਹੋਵੇ ਤੁਸੀਂ ਖੁੱਲ੍ਹ ਕੇ ਸਾਨੂੰ ਦੱਸ ਦਿਓ। ਹਾਂ ਸਰ, ਸਾਨੂੰ ਡੀਐਮ ਰਿਪੋਰਟ, ਹਾਂਜੀ ਐਫਆਈਆਰ ਰਿਪੋਰਟ ਹਾਂਜੀ ਔਰ ਚੈੱਕ। ਚੈੱਕ ਨਹੀਂ ਜੀ, ਮੈਂ ਤੁਹਾਨੂੰ ਕੱਲ ਵੀ ਦੱਸਿਆ ਤੁਹਾਨੂੰ ਵੀ ਮੁਆਵਜ਼ਾ ਸਿੱਧਾ ਖਾਤੇ 'ਚ ਆਊਗਾ, ਤਾਂ ਹੀ ਡਿਟੇਲ ਵਗੈਰਾ ਸਿਰ ਲੈ ਕੇ ਗਏ ਨੇ ਨਾ ਤੁਹਾਡੇ ਤੋਂ, ਉਹ ਤੁਹਾਡੇ ਖਾਤੇ 'ਚ ਆ ਜਾਊਗਾ। ਬਾਕੀ ਪੀਐਮ ਰਿਪੋਰਟ ਤੇ ਐਫਆਈਆਰ ਕਾਪੀ ਕੱਲ ਵੀ ਦਿੱਤੀ ਸੀ, ਅੱਜ ਦੁਬਾਰਾ ਦੇ ਦਾਂਗੇ ਤੇ ਪੀਐਮ ਰਿਪੋਰਟ ਮੰਗਵਾ ਰਹੇ ਮੇਰੇ ਕਹਿੰਦਾ ਮਤਲਬ ਸ਼ੁਰੂ ਕਰਾਓ ਜੀ। ਜਿਹੜੇ ਨਾਲ ਹੋਰ ਹੋ ਗਿਆ ਕਿ ਸੰਸਕਾਰ ਤੋਂ ਪਹਿਲਾਂ ਸਾਨੂੰ ਪੀਐਮ ਰਿਪੋਰਟ ਔਰ ਤੁਹਾਡੇ ਕੋਲ ਆ ਜਾਊ ਤਾਂ ਸ਼ੁਰੂ ਕਰਾਓ। देखिए शुरू करो, थोड़े को आ रही है, मैं इत्थे ही हां, मैं जी मैं इत्थे ही हां, मैं कितने चलते हैं हजे संस्कार तो देखिए मैं हूँ यहाँ पर, जो हमने घोषणा की है वहाँ पे हमारे उच्चाधिकारी द्वारा, वो तो मैं बोल रहा हूँ कि पैसे में ट्रांसफ़र होता है, क्या है उसमें चेक नहीं मिलता है, अभी रिपोर्ट जाती है और हम समझता है एक दिन बाद ट्रांसफर हो जाए। चेक का ऑप्शन सर कभी नहीं मिलता है। नहीं ये खाते ही आरटीजीएस, टोटल आरटीजीएस होता है। सारी डिटेल ਅਸੀਂ ਲੈ ਲਈ, ਆਧਾਰ ਕਾਰਡ ਵਗੈਰਾ ਸਭ ਲੈ ਲਿਆ। ਠੀਕ ਹੈ ਜੀ, ਵੀ ਉਹ ਤੁਹਾਡੀ ਗੱਲ ਠੀਕ ਹੈ, ਟੈਕਨੀਕਲ ਤੌਰ ਤੇ ਉਹ ਖਾਤੇ 'ਚ ਆਊਗੀ, ਪਰ ਜਿਹੜੀ ਐਫਆਈਆਰ ਰਿਪੋर्ट ਆ ਤੇ ਜਿਹੜੀ देखिए एफआईआर की कॉपी कल हमने वहाँ पर सबको दी है, पब्लिकली दी है, एक एक व्यक्ति को दी है वहाँ पर। भी है सर, कल मीडिया सामने दी, कल वहाँ मीडिया के सामने सबको दी है कॉपी, भाई सब लोगों ने पढ़ी है, सबने तो इंटरनेशनल मीडिया पे चल, सबने चल रही है, नेट पे मिल एफआईआर की फोटो चल चल रही है। ਆਪਾਂ ਕਰਵਾਈਏ ਤੁਸੀਂ कोई देखो पीएम की रिपोर्ट हो, पीएम की रिपोर्ट वो भी आ जाएगी, वो भी मंगाई भाई, वो भी मंगा देते हैं। और वो यदि किसी को कोई डाउट है तो उसका पढ़ लो, एक एक चीज मिलान कर लो, आपके सामने सब कुछ है। जी कोई जो भी थोड़ा डाउट है ना, मैं विश्वास कर रहा है कितने कोई डाउट नहीं। एक मिनट मेरी गल ये नहीं इन्हों तो हटाओ, हटा देने कोई गल हम इनसे बात कर मीडिया आपसे बाद में बात कर लेंगे, आप लोग मीडिया का नहीं सर, ये तो थोड़े बच्चे आप एक बार कर लो, या इनसे बात कर लेने दो। जिन्ने भी थोड़े टेंशन डाउट है ਇਹ ਤੁਹਾਨੂੰ ਕਿਸੇ ਵੀ ਚਿੰਤਾ ਕਰਨਾ ਇਹ ਤਿੰਨੇ ਤੁਹਾਡੇ ਬਿਲਕੁਲ ਪੂਰੇ ਕਰਾਂਗੇ। ਇਹਨੂੰ ਸ਼ੁਰੂ ਕਰਵਾਓ ਹੁਣ ਤੁਸੀਂ, ਤੇ ਉਹ ਥੋੜੀ ਬਿਲਕੁਲ ਨਿਸ਼ਚਿੰਤ ਰਹੋ। ਥੋੜੀ ਪੀਐਮ ਰਿਪੋਰਟ, ਐਫਆਈਆਰ ਕਾਪੀ ਤੇ ਜਿਹੜਾ ਟ੍ਰਾਂਸਫਰ ਹੋਣਾ ਅਕਾਊਂਟ 'ਚ ਇਹ ਥੋੜੇ ਕਲਿਆ ਬਾਅਦ ਨਾ ਟ੍ਰਾਂਸਫਰ ਹੋਏ ਫਿਰ ਉਹਦਾ ਅਕਾਊਂਟ ਮੈਂ ਜੀ ਥੋੜੇ ਸਾਹਮਣੇ ਕਰਾਂ। ਦੇਖੋ ਥੋੜੇ ਬੱਚਿਆਂ ਦੀ ਉਮਰ ਦੇ ਅਸੀਂ ਐ ਝੂਠ ਥੋੜੀ ਦੇਖੋ, ਉਹ ਤਾਂ ਅੱਜ ਆਪਾਂ ਕਹੀਏ ਕਿ ਇਸ ਵੇਲੇ ਉਹ ਤਾਂ ਆਣੇ, ਲੇਕਿਨ ਜਦੋਂ ਕਮਿਟ 1% ਕੀਤੇ ਆ ਔਰ ਪੂਰੀ ਸਰਕਾਰ ਨੇ ਕਮਿਟ ਕੀਤਾ, ਉਹ ਤਾਂ ਇਹਨਾਂ ਨੂੰ ਦੇਣੇ ਹੀ ਪੈਣੇ ਆ। मैं बोल रहा ਉਹਦਾ ਮੁੱਕਰ ਨਹੀਂ ਸਕਦੇ, ਦੇਣਗੇ उससे मुकर नहीं सकते, ਉਹ ਤਾਂ ਦੇਣੇ ਹੀ ਪੈਣੇ ਇਹਨਾਂ ਨੂੰ। ਠੀਕ ਹੈ ਨਾ, देखिए ਪੀਐਮ ਰਿਪੋर्ट ਦੀ ਗੱਲ ਆ, ਉਹ ਆਪਾਂ जो कलेक्टर ने एक बार खड़े वो भी आ होकर बोल जाएगी, दिया वो अंतिम होता है। हाँ, बस। और वो मैंने बोल दिया तो ਉਹ मिलेगा, ਫਾਈਨਲ ਹੈ, ਉਹ ਤਾਂ ਮਿਲਣਾ। ਪਹਿਲਾਂ ਆਜੋ ਪੀਐਮ ਰਿਪੋर्ट ਉਹ ਤੋਂ ਬੇਫਿਕਰ ਹੋ। ਤੁਸੀਂ वो तो ਬਿਲਕੁਲ डिक्लेयर कर दिया हमने। ਨਿਸ਼ਚਿੰਤ ਰਹੋ, ਤੁਹਾਡੇ ਕੋਲ ਸਭ ਆਉਣਗੇ, ਸਭ ਆਉਣਗੇ, ਉਹਨੂੰ ਹੈਂਡਓਵਰ ਕਰ ਦਿਓ। ਸਭ ਆ ਜਾਣਗੇ ਜੀ, ਹੁਣੇ ਸਭ ਆ ਜਾਣਗੇ। ਤੁਸੀਂ ਸ਼ੁਰੂ ਕਰੋ, ਸਭ ਆ ਰਹੀ ਹੈ। पीएम रिपोर्ट मंगवा दीजिए। ਸ਼ੁਰੂ ਕਰਦੇ ਤੋਂ ਬਾਅਦ ਚ ਨਾਮ ਸਾਡੇ ਹੈਂਡਓਵਰ ਹੋ ਗਏ ਆਓ ਯਾਰ ਹੋ ਕਿੰਨਾ ਵਿਸ਼ਵਾਸ ਕਰੀ ਅੱਜ ਵਿਸ਼ਵਾਸ ਨਾਲ ਤਾਂ ਸਹੀ ਨਹੀਂ ਰਹੀ। ਸਰ, ਅਸੀਂ ਬੇਨਤੀ ਕਰ ਸਕਦੇ ਇੱਕ ਮਿੰਟ ਸਿਰਫ ਸਰ, ਪਲੀਜ਼ ਸਰ, ਬੜੀ ਤੁਹਾਡੀ ਮਿਹਰਬਾਨੀ ਹੋਏਗੀ ਜੀ, ਇੱਕ ਮਿੰਟ ਗੱਲ ਕਰ ਲਾਂਗੇ ਸਰ। ਤੁਸੀਂ ਬਾਅਦ ਚ ਕਰਨਾ, ਸਰ ਬਾਅਦ ਚ ਕਦੋਂ ਜੀ? ਮੈਂ ਉਹਦੇ ਫਾਦਰ ਨਾਲ ਗੱਲ ਕਰਦਾ, ਬਾਅਦ ਚ ਕਰਨਾ। ਉਹ ਸਰ, ਅਸੀਂ ਸਾਡਾ ਵੀ ਬੱਚਾ ਆ, ਤੁਹਾਡਾ ਵੀ ਆ, ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਦੂਜੀ ਭਾਵਨਾ ਨਾਲ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ, ਸਿਰਫ ਜਾਣਕਾਰੀ ਨਹੀਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਟਾਈਮ ਲੱਗੂਗਾ ਇਹਨੇ। ਹਾਂਜੀ, ਮੇਰੀ ਬੇਨਤੀ ਸੁਣੋ ਜੀ, ਸਿਰਫ ਤੁਸੀਂ ਸਾਡੇ ਪਰਿਵਾਰਾਂ ਚੋਂ, ਅਸੀਂ ਇਹ ਤਾਂ ਗੱਲ ਬਿਲਕੁਲ ਨਹੀਂ ਤੁਹਾਡੇ ਨਾਲ ਕੋਈ ਇਦਾਂ ਦੀ ਕਰ ਰਹੇ, ਪਰ ਇੰਨੀ ਸਾਡੀ ਬੇਨਤੀ ਆ ਕਿ ਸਾਨੂੰ ਇਹ ਸਮਝਾਓ ਕਿ ਜਿਹੜੀ ਐਫਆਈਆਰ ਉਹ ਐਮਐਲਆਰ ਤੋਂ ਬਾਅਦ ਚ ਕੱਟੀ ਜਾਂਦੀ ਕਿ ਪਹਿਲਾਂ ਹੀ? ਐਫਆਈਆਰ ਜੀ ਪਹਿਲਾਂ ਕੱਟੀ ਆ ਚੁੱਕੀ ਹੈ, ਕੱਲ ਦਿਖਾ ਵੀ ਦਿੱਤੀ ਜੀ, ਤੇ ਕੀ ਧਾਰਾਵਾਂ ਲੱਗੀਆਂ ਨੇ ਵਿੱਚ? ਉਹ ਸਾਰੀ ਤੁਸੀਂ ਐਫਆਈਆਰ ਜਿਹੜੀ ਦਿਖਾਈ ਉਹ ਚ ਪੜ੍ਹ ਉਹ ਲਿਓ। ਸਾਡੇ ਕੋਲ ਨਹੀਂ ਆਈ, ਚਲੋ ਅਸੀਂ ਲੈ ਲਈ ਨਾ, ਕੋਈ ਗੱਲ ਤੁਹਾਡੇ ਕੋਲ ਨਹੀਂ, FIR ਲੈ ਕੇ ਸਰ, ਆ ਰਹੀ ਕੋਈ ਹੈ ਗੱਲ ਨਾ। ਨਹੀਂ। ਦੂਜੀ ਗੱਲ ਜਿਹੜੀ ਪੋਸਟਮਾਰਟਮ ਰਿਪੋਰਟ ਹੈ, ਮੇਰੇ ਖਿਆਲ ਚ ਦੇਖੋ ਭਾਈ ਨੂੰ ਆਉਣ ਦਿਓ। ਸਰ, ਨਹੀਂ ਠੀਕ ਹੈ, ਆਣੇ ਦੀजिए। ਕੋਈ ਇੱਥੇ ਕਿਸੇ ਨੂੰ ਦਿੱਕਤ ਨਹੀਂ ਹੋ ਸਕਦੀ ਕਿ ਸਾਡੇ ਆਪਣਾ ਪਰਿਵਾਰ ਹੈ। ਸਰ ਇੰਨੀ ਬੇਨਤੀ ਹੈ ਸਿਰਫ ਕਿ ਜਿਹੜੀ ਐਮਐਲਆਰ ਰਿਪੋਰਟ ਆ, ਸੌਰੀ ਪੋਸਟਮਾਰਟਮ ਰਿਪੋਰਟ ਆ ਜਿਹੜੀ, ਉਹ ਕਿੰਨੇ ਵਜੇ ਤੱਕ ਆਊਗੀ? ਇਹ 10-15 ਮਿੰਟ ਦੇ ਵਿੱਚ ਆ ਜਾਓ। ਠੀਕ ਹੈ ਸਰ, 10-15 ਮਿੰਟ ਤੱਕ, ਕਿਉਂਕਿ ਹੁਣ ਤੱਕ ਦਾ ਜਿਹੜਾ ਇਤਿਹਾਸ ਰਿਹਾ ਉਹ ਇਹੀ ਆ। ਸਾਨੂੰ ਜੋ ਅਸੀਂ ਸੋਚਦੇ ਹਾਂ ਉਹ ਇਹ ਆ ਕਿ ਇਸ ਕੇਸ ਨੂੰ ਜਿਸ ਤਰੀਕੇ ਨਾਲ ਫੈਲਾਇਆ ਜਾ ਰਿਹਾ ਆ ਕਿ ਉਹ ਤੋਂ ਨਿਕਲਣ ਲੱਗੇ ਸੀ, ਭੱਜ ਕੇ ਉਹ ਬੰਦੇ ਥੱਲੇ ਆ ਗਏ, ਇਹ ਐਕਸੀਡੈਂਟ ਕੇਸ ਜਿਹੜਾ ਸ਼ੋਅ ਕਰਨ ਦੀ ਸੋਸ਼ਲ ਕੋਸ਼ਿਸ਼ ਮੀਡੀਆ ਕੀਤੀ ਤੇ ਜਾ ਰਹੀ। ਵਰਜਨ ਵਗੈਰਾ ਇਹ ਛੱਡ ਦਿਓ, ਜਦੋਂ ਤਫਤੀਸ਼ ਦੇ ਵਿੱਚ ਬਿਆਨ ਹੋਣਗੇ ਉਹ ਬਿਆਨ ਮੈਨੇ ਰੱਖਾਂਗੇ। ਜੋ ਸੋਸ਼ਲ ਮੀਡੀਆ ਕਿਸੇ ਨੇ ਬਿਆਨ ਦਿੱਤਾ ਤੇ ਕੀ ਕਹਤਾ ਉਹ ਕਿਤੇ ਉਹਦੇ ਸਰ, ਜੇ ਉਸ ਬੰਦੇ ਦੇ ਖਿਲਾਫ ਐਫਆਈਆਰ ਕੱਟੀ ਜਾਊਗੀ ਤਾਂ ਹੀ ਬਿਆਨ ਹੋਣਗੇ। ਫਿਰ ਤਾਂ ਕੱਟੀ ਆ ਚੁੱਕੀ ਨਾ, ਤਾਂ कटी हुई है, ਤੇ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਸਰ, ਜਦੋਂ ਐਫਆਈਆਰ ਹੋਈ ਹੈ, ਪੋਸਟਮਾਰਟਮ ਤਾਂ ਹੋਇਆ, ਤੁਸੀਂ ਮੰਨਦੇ ਹੋ? ਉਹਦੇ ਸਰ ਉਸ ਰਿਪੋਰਟ ਦੇ ਆਧਾਰ ਤੇ ਕੇਸ ਚੱਲਣਾ ਹੈ। ਮੈਂ ਤੁਹਾਨੂੰ ਕੀ ਕਹਿ ਰਿਹਾ, ਪੋਸਟਮਾਰਟਮ ਹੋਇਆ, ਤੁਸੀਂ ਇਹ ਤਾਂ ਮੰਨਦੇ ਹੋ? ਸਰ ਠੀਕ ਹੈ ਤੁਹਾਡੀ ਗੱਲ, ਇਸ ਤੋਂ ਇਨਕਾਰ ਨਹੀਂ, ਪੋਸਟਮਾਰਟਮ ਸਾਰੀ ਗੱਲ ਮੰਨ ਰਹੇ ਹਾਂ ਸਰ। ਇਹ ਵੀ ਤੁਹਾਨੂੰ ਪਤਾ ਵੀਡੀਓਗ੍ਰਾਫੀ 'ਚ ਹੋਇਆ, ਤਾਂ ਹੀ ਟਾਈਮ ਲੱਗਿਆ ਗੱਲ। ਬਿਲਕੁਲ
ਤਾਂ ਫਿਰ ਕਿਵੇਂ ਨਹੀਂ ਰਿਪੋਰਟ ਸਹੀ ਹੋਊ? ਪਰ ਸਰ ਅਸੀਂ ਕਹਿੰਦੇ ਆ ਵੀ ਤੁਹਾਨੂੰ ਵੀ ਪਤਾ ਹੈ ਕਿ ਨਿੱਤ ਟੀਵੀ ਚੈਨਲਾਂ ਦੇ ਵੀ ਤੁਹਾਡੇ ਵਿਭਾਗ ਦੇ ਵਿੱਚ ਵੀ ਵੱਡੇ ਵੱਡੇ ਅਫਸਰ ਕੀ ਕਿੰਨਾ ਕੁਝ ਹੋ ਰਿਹਾ ਜੀ। ਬਹੁਤ ਮੇਰੀ ਕੁਛ। ਇਹ ਨਹੀਂ ਤੁਹਾਡੇ ਤੇ ਕੋਈ ਮੇਰੀ ਗੱਲ ਸੁਣੋ, ਵੀਡੀਓਗ੍ਰਾਫੀ ਹੋਈ ਨਾ, ਤੁਹਾਨੂੰ ਪਤਾ ਵੀਡੀਓਗ੍ਰਾਫੀ 'ਚ ਵੀਡੀਓ ਪੋਸਟਮਾਰਟਮ ਹੋਇਆ। ਸਾਰੇ ਜਦੋਂ ਸਰਕਾਰਾਂ ਦੀ ਗੱਲ ਹੁੰਦੀ ਹੈ ਨਾ ਉਦੋਂ ਰਿਪੋਰਟਾਂ ਵੀ ਬਦਲੀਆਂ ਜਾਂਦੀਆਂ ਨੇ, ਬਹੁਤ ਕੁਝ ਹੁੰਦਾ ਜੀ ਉਦੋਂ ਵੀਡੀਓਗ੍ਰਾਫੀਆਂ ਵੀ ਨਹੀਂ ਇਹ ਨਹੀਂ ਅਸੀਂ ਕਹਿ ਰਹੇ ਕਿ ਹੋਇਆ ਹੈ ਇਹ 'ਚ ਇੱਥੇ ਗਲਤਫਹਿਮੀ ਹੈ। ਨਹੀਂ ਸਰ ਅਸੀਂ ਨਹੀਂ ਕਹਿੰਦੇ ਹੋਇਆ ਆ, ਅਸੀਂ ਕਹਿੰਦੇ ਹੋ ਜਾਂਦਾ ਫਿਰ ਆ। ਉਹ ਗੱਲ ਕਰਨੀ ਕਾ ਤੂੰ ਫਿਰ ਉਹ ਫਿਰ ਗੱਲ ਸਾਰਾ ਰਿਪੋਰਟ ਆਊਗੀ ਤਾਂ ਹੀ ਸਾਨੂੰ ਪਤਾ ਲੱਗੇਗਾ ਨਾ ਵੀ ਉਹਦੀ ਡੈਥ ਜਿਹੜੀ ਉਹ ਕਿਵੇਂ ਹੋਈ ਹੈ ਤਾਂ ਹੀ ਇੱਕ ਮਿੰਟ ਮੈਂ ਤੁਹਾਨੂੰ ਕੀ ਗੱਲ ਕਹੀ 15 ਤੋਂ ਲੈ ਕੇ 20 ਮਿੰਟ 'ਚ ਰਿਪੋਰਟ ਆ ਜਾਊਗੀ। ਠੀਕ ਹੈ ਸਰ। ਹਾਏ ਤੁਸੀਂ ਬੋਡੀ ਜਿਵੇਂ ਲਾਹੋਗੇ ਤਾਂ ਉਸ ਤੋਂ ਬਾਅਦ ਟਾਈਮ ਤਾਂ ਲੱਗਦਾ ਨਾ। ਹਾਂ ਲੱਗੂਗਾ ਜੀ ਬਿਲਕੁਲ ਉਹੀ ਮੈਂ ਕਹਿ ਰਿਹਾ ਤੁਸੀਂ ਸ਼ੁਰੂ ਕਰਾਓ ਤੇ ਤੁਹਾਨੂੰ ਰਿਪੋਰਟ ਵੀ ਆ ਕੋਈ ਨਹੀਂ ਫਿਰ ਅੱਧਾ ਘੰਟਾ ਲੇਟ ਹੋ ਜਾਗੇ ਅਸੀਂ ਸਾਨੂੰ ਅਜੇ ਤਾਂ ਜੀ ਇਹ- ਜਿਵੇਂ ਦੀ ਹੈ ਉਵੇਂ ਦੀ ਪਈ ਹੈ, ਹਜੇ ਤੱਕ ਕੋਈ ਨਹੀਂ ਕੀਤਾ ਨਾ। ਮੈਂ ਤਾਂ ਹੀ ਕਹਿ ਰਿਹਾ ਵੀ ਤੁਸੀਂ ਸ਼ੁਰੂ ਕਰਾਓ ਤੇ ਉਧਰ ਉਹ ਵੀ ਆ ਰਿਹਾ। ਅਸੀਂ ਆਪਣਾ ਕੰਮ ਕਰ ਰਹੇ ਤੁਸੀਂ ਆਪਣਾ ਕੰਮ। ਇਹ ਸ਼ੁਰੂ कल दे चुका हूँ सब ਕਿੰਨੂੰ ਪਰਿਵਾਰ ਨੂੰ ਦਿੱਤੀ ਹੈ ਤੁਹਾਡੇ ਕੋਲ ਹੈਗੀ ਕਿੱਥੇ ਉਹਨਾਂ ਦੇ ਪਿਤਾ ਜੀ ਕਿੱਥੇ ਨੇ ਦਿਓ ਸਾਨੂੰ ਐਪਲੀਕੇਸ਼ਨ ਦਿਓ ਲੈ ਕੇ ਅਸੀਂ ਉਸੇ ਨਾਲ ਨਹੀਂ ਹੈਗੀ ਕਿਹਦੇ ਕੋਲ ਹੈ ਦੱਸਣ ਤੇ ਉਹ ਐਪਲੀਕੇਸ਼ਨ ਲੈ ਲਈ ਉਹ ਨਹੀਂ ਆਇਆ। ਕੋਈ ਸਾਈਨ ਰਿਸੀਵ ਕਰਕੇ ਨਹੀਂ ਦਿੱਤਾ ਉਹਨਾਂ ਨੇ ਨਾਲੋਂ ਉੱਥੇ ਕੀ ਹੋਇਆ ਮੈਨੂੰ ਇਹ ਨਹੀਂ ਪਤਾ ਜੀ। ਮੈਂ ਮੈਂ ਉਹੀ ਤੁਹਾਡੇ ਕਹਿੰਦਾ ਸਾਹਮਣੇ ਕਿ ਤੁਸੀਂ ਕੰਮ ਸ਼ੁਰੂ ਕਰੋ ਅਸੀਂ ਜਿੰਨਾ ਚਿਰ ਰਿਪੋਰਟ ਨਹੀਂ ਆ ਜਾਂਦੀ ਉਹਨੇ ਚਿਰ ਕੰਮ ਨਹੀਂ ਨਹੀਂ ਆਈ ਮੈਡਮ ਰਿਪੋਰਟ ਚਾਰਾਂ ਦੀ ਆ ਗਈਆਂ। ਨਹੀਂ अपने जिलाधिकारी कह रहे हैं कि 5-10 ਅੱਜ WhatsApp ਨਹੀਂ ਚੱਲ ਰਿਹਾ ਨਾ, ਨਹੀਂ ਤਾਂ ਉਹਨਾਂ ਨੇ ਹੁਣੇ ਭੇਜ ਦੇਣੀ ਸੀ, ਪਰ WhatsApp ਫਿਰ ਤਾਂ ਹੁਣੇ ਆਏ WhatsApp ਚੱਲ ਨਹੀਂ ਰਿਹਾ ਨੈਟ ਬੰਦ ਹੈ ਨੈਟ ਬੰਦ ਹੈ ये कह रहे 15 मिनट तक भाई बात करते ਫਾਦਰ ਸਾਹਿਬ ਸਰ ਕਰ ਲਓ ਸਰ ਕਰ ਲਓ। ਠੀਕ ਹੈ ਸਰ ਅੰਕਲ ਜੀ 5 ਮਿੰਟ ਬਾਅਦ ਬੋਲਣਾ ਮੈਂ ਖੜੋ ਇੱਥੇ ਇੱਥੇ ਖੜੋ ਬਾਹਰ ਇੱਧਰ ਆ ਇੱਕ ਮਿੰਟ ਕਿੱਥੇ ਨੇ ਭਾਈ ਕਿੱਧਰ ਡੀਐਮ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਦਸਾਂ ਇਹ ਸਵਾਲ ਆ ਇੱਕ ਮਿੰਟ ਸਾਡਾ ਇਹ ਸਵਾਲ ਆ ਉਹਨਾਂ ਤੱਕ ਕਿ ਜਦੋਂ ਰਿਪੋਰਟ ਆਊਗੀ ਅਸੀਂ ਉਦੋਂ ਸ਼ੁਰੂ ਕਰ ਦਾਂਗੇ ਕੋਈ ਗੱਲ ਨਹੀਂ ਵੀ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ ਪਤਾ ਕੀ ਗੱਲ ਹੈ ਜੀ ਜਿਹੜੀ ਐਫ ਆਈ ਆਰ ਕੱਟੀ ਜਾਂਦੀ ਹੈ ਕਿਸੇ ਦੇ ਨਾਂ ਉਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਆਉਂਦੀ ਆ ਪੋਸਟਮਾਰਟਮ ਰਿਪੋਰਟ ਦੇ ਉੱਤੇ ਕੇਸ ਚੱਲਣਾ ਜੀ ਕੱਲ੍ਹ ਨੂੰ ਇਨਕੁਆਇਰੀ 'ਚ ਐਕਸੀਡੈਂਟ ਕੇਸ ਸ਼ੋ ਕਰਕੇ ਕੱਢ ਕੇ ਬਾਹਰ ਮਾਰਨਗੇ ਜੀ ਇਹ ਸਾਡੀ ਜੱਜਮੈਂਟ ਨਹੀਂ ਸਾਡਾ ਤੌਖਲਾ ਆਇਆ ਇਹ ਗੱਲ ਦਾ ਤੁਹਾਨੂੰ ਕਿਵੇਂ ਲੱਗਦੀ ਗੱਲ ਨਹੀਂ ਤਾਂ ਸਾਰੇ 100% ਤੁਹਾਡੀ ਗੱਲ ਸਹੀ ਹੈ। ਇਹੀ ਗੱਲ ਸਹੀ ਕਹਿ ਰਹੇ ਸੀ ਪੁੱਛ ਰਹੇ ਸੀ ਪਰਿਵਾਰ ਨੂੰ ਤੁਹਾਨੂੰ ਇਹ ਵੀ ਗੱਲ ਤੁਹਾਡਾ ਕੀ ਲੱਗਦੀ ਆ ਕਹਿਣਾ ਵੀ ਜੇ ਸੰਸਕਾਰ ਅਸੀਂ ਕਰਦੇ ਨੇ ਆ ਤੇ ਪੋਸਟਮਾਰਟਮ ਜਿਹੜੀ ਰਿਪੋਰਟ ਆ ਉਹ ਆਉਂਦੀ ਹੈ ਇਸ ਗੱਲ ਦੀ ਵੀ ਐਕਸੀਡੈਂਟ ਹੋ ਗਿਆ ਆ ਜੀ ਤਾਂ ਫਿਰ ਸਾਡੇ ਕੋਲ ਕੀ ਸਾਡੇ ਕੋਲ ਤਾਂ ਕੁਝ ਰਹਿ ਹੀ ਨਹੀਂ ਗਿਆ ਤੁਹਾਨੂੰ ਅੱਛਾ ਤੁਹਾਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਇਹਨਾਂ ਨੇ ਨਹੀਂ ਕੋਈ ਕਾਪੀ ਨਹੀਂ ਦਿੱਤੀ ਜੀ ਕੋਈ ਕਾਗਜ਼ ਨਹੀਂ ਸਾਡੇ ਕੋਲ ਇੰਨਾ ਕਾਗਜ਼ ਵੀ ਨਹੀਂ ਦਿੱਤਾ ਨਹੀਂ ਸਾਡੇ ਕੋਲ ਨਹੀਂ ਆਈ। ਬਸ ਠੀਕ ਹੈ ਜੀ ਸਾਨੂੰ ਇੰਨਾ ਕਾਗਜ਼ ਵੀ ਨਹੀਂ ਦਿੱਤਾ ਮੈਂ ਪੂਰੀ ਦੁਨੀਆ ਦੇ ਜਿਹੜੇ ਸਿੱਖ ਨੇ ਪੂਰੀ ਦੁਨੀਆ ਦੇ ਜਿਹੜੇ ਕਿਸਾਨ ਨੇ ਸਾਡੀਆਂ 32 ਜਥੇਬੰਦੀਆਂ ਨੇ ਉਹਨਾਂ ਸਾਰੀਆਂ ਨੂੰ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਇਸ ਪਰਿਵਾਰ ਦੇ ਕੋਲ ਲਿਖਤੀ ਇੱਕ ਵੀ ਚੀਜ਼ ਨਹੀਂ ਅਜੇ ਤੱਕ ਆਈ ਡੀਐਮ ਆਏ ਨੇ ਐਸਪੀ ਆਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਵਿਸ਼ਵਾਸ ਕਰੋ ਜਿਹੜੀ ਆ ਮੀਡੀਆ ਨੂੰ ਕੱਲ ਐਫ ਆਈ ਆਰ ਦਿੱਤੀ ਆ ਪਰ ਜਿਹੜੀ MLR ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਆਊਗੀ ਉਹਦੇ ਵਿੱਚ ਇਹਨਾਂ ਨੇ ਕੀ ਸ਼ੋਅ ਕੀਤਾ ਕਿਵੇਂ ਕੀਤਾ ਆ ਇਹ ਗੱਲ ਦਾ ਕੋਈ ਅਜੇ ਤੱਕ ਖੁਲਾਸਾ ਨਹੀਂ ਹੋਇਆ ਪਰਿਵਾਰ ਨੂੰ ਭਰੋਸੇ 'ਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਰੋਸੇ 'ਚ ਲੈ ਕੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਤੁਸੀਂ ਸੰਸਕਾਰ ਸ਼ੁਰੂ ਕਰਾਓ ਅਸੀਂ ਤੁਹਾਨੂੰ ਰਿਪੋਰਟ ਦੇ ਦਾਂਗੇ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਆ ਕਿ ਤੁਸੀਂ ਸਾਨੂੰ ਰਿਪੋਰਟ ਦਿਓ ਤੇ ਅਸੀਂ ਜਿਹੜਾ ਆ ਸੰਸਕਾਰ ਸ਼ੁਰੂ ਕਰ ਦਾਂਗੇ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਰਾਜੇਵਾਲ ਸਾਹਿਬ ਵੱਲ ਵੀ ਡਿਊਟੀ ਲਾਈ ਸੀ ਕਿ BKO ਰਾਜੇਵਾਲ ਪ੍ਰੈਸ ਸਕੱਤਰ ਪੰਜਾਬ ਤੋਂ ਮੈਂ ਬੋਲਣਾ ਬਲਾਕ ਘਨੌਰ ਬੜੀ ਵਧੀਆ ਗੱਲ ਹੈ ਮੈਨੂੰ ਪਰਿਵਾਰ ਨੇ ਦੁੱਖ ਸਾਂਝਾ ਕਰਨ ਵਾਸਤੇ ਮੇਰੀ ਡਿਊਟੀ ਲਾਈ ਦਿੱਤੀ ਤੁਸੀਂ ਤੁਹਾਨੂੰ ਰਾਜੇਵਾਲ ਸਾਹਿਬ ਨੇ ਭੇਜਿਆ ਹੈ। ਤੁਹਾਨੂੰ ਲੱਗਦਾ ਹੈ ਕਿ ਸਾਡੇ ਪੰਜਾਬ ਵਾਲੇ ਲੀਡਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੋ ਜੀ ਬਹੁਤ ਜ਼ਿਆਦਾ ਕੱਲ ਚਲੂਨੀ ਸਾਹਿਬ ਨੂੰ ਅਰੈਸਟ ਕਰ ਉਹਨੇ ਲਿਆ। ਆਉਣਾ ਸੀਗਾ ਉਹਨਾਂ ਦੀ ਭਰਜਾਈ ਰਾਜ ਭੋਗ ਹੈ ਕੱਲ ਭੈਣ ਦਾ ਸੀਗਾ ਉਹਨਾਂ ਦਾ ਬੜੀ ਮੁਸੀਬਤ ਪਈ ਵੀ ਉਹਨਾਂ ਨੇ ਕਹੋ ਕਿਤੇ ਕੰਬਾਈਨ ਸੰਭਾਲਣ ਕਿ ਜਿਹੜੇ ਹਾਲਾਤ ਨੇ ਤੁਸੀਂ ਸਾਰੇ ਵੇਖੇ ਨੇ ਤੁਹਾਡੇ ਤੋਂ ਮੈਂ ਸਿਰਫ ਇੱਕ ਹੀ ਗੱਲ ਪੁੱਛਾਂਗਾ ਜਿਹੜੀ ਗੱਲ ਪ੍ਰਸ਼ਾਸਨ ਕਹਿ ਰਿਹਾ ਆ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਉੱਤੇ ਪ੍ਰਸ਼ਾਸਨ ਦੇ ਵਿਸ਼ਵਾਸ ਬਿਲਕੁਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਨਹੀਂ ਮਿਲਦਾ ਹਾਂਜੀ, ਉਹਨਾਂ ਮੈਂ ਚਿਰ ਸਹਿਮਤ ਇਹਦਾ ਇਸ ਗੱਲ ਬੇਟੇ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਨਹੀਂ ਕੀਤਾ ਜਾਣਾ ਚਾਹੀਦਾ ਤੇ ਮੈਂ ਇਸ ਪਰਿਵਾਰ ਨਾਲ ਅੱਜ ਤੋਂ ਇਹ ਸਾਡੀ ਜਥੇਬੰਦੀ ਸਾਂਝ ਜੋੜੂਗੀ ਕਿ ਇਸ ਪਰ ਅਮਰਤ ਸ਼ਹੀਦ ਅਮਰਤ ਕਾਕਾ ਅਮਰਤ ਜੀ ਨੂੰ ਇਹਦੇ ਪਿਤਾ ਜੀ ਨੂੰ ਮੈਂ ਸਾਡੀ ਜਥੇਬੰਦੀ ਵੱਲੋਂ ਤੇ ਇਹ ਦੱਸਣਾ ਚਾਹੁੰਦਾ ਵੀ ਇਹ ਤੁਹਾਡੇ ਪਰਿਵਾਰ 'ਚ ਇੱਕ ਉਹ ਗਹਿਣਾ ਆਇਆ ਸੀਗਾ ਜਿਹੜਾ ਪਰਮੇਸ਼ਰ ਨੂੰ ਜਿੰਨੀ ਆਯੂ ਦਿੱਤੀ ਸੀਗੀ ਉਹ ਪੂਰੀ ਕਰਕੇ ਉਹਦੀ ਮਰਜ਼ੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਇਸੇ ਤਰ੍ਹਾਂ ਇਹਦੀ ਆਪਣੀ ਆਯੂ ਪੂਰੀ ਕਰਕੇ ਉਹਨੇ ਪਰ ਸ਼ਹੀਦਾਂ ਦਾ ਇੱਕ ਵੱਖਰਾ ਮਾਣ ਹੁੰਦਾ ਆ ਸ਼ਹੀਦਾਂ ਦਾ ਸਨਮਾਨ ਇਹਦਾ ਅੱਜ ਜਨਮ ਹੋਇਆ ਕੱਲ
ਪੰਜਾਬ ਹਰਿਆਣੇ ਦਾ ਨਹੀਂ, ਇਹ ਭਾਰਤ ਦਾ ਸ਼ਹੀਦ ਹੈ ਜੀ। ਇਹ ਪੂਰੀ ਦੁਨੀਆ ਦਾ ਸ਼ਹੀਦ ਆ ਜੀ। ਸ਼ਹੀਦਾਂ ਦਾ ਕੋਈ ਏਰੀਆ ਨਹੀਂ ਹੁੰਦਾ, ਕੋਈ ਸਥਾਨ ਨਹੀਂ ਹੁੰਦਾ ਹੈਗਾ। ਸਾਨੂੰ ਮਾਣ ਰਹੂਗਾ ਸਾਰਿਆਂ ਤੇ। ਹਾਂਜੀ ਸਾਡੇ ਕਿਸਾਨ ਆਗੂ ਬੈਠੇ ਚਲੋ ਠੀਕ ਅੱਜ ਜੋ ਕਿਸਾਨ ਆਗੂਆਂ ਨੇ ਕੀਤਾ ਸੰਤੁਸ਼ਟੀ ਆ। ਹਾਂਜੀ ਹਾਂ ਕਹਿ ਰਹੇ ਆ। ਜੋ ਸਾਡਾ ਦੁੱਖ ਸਮਝ ਰਹੇ ਆ ਨਹੀਂ, ਉਹਨਾਂ ਠੀਕ ਦੀ ਆ। ਗੱਲ ਸਾਨੂੰ ਮੰਨਣੀ ਪਊਗੀ। ਪਰ ਹੁਣ ਤੁਹਾਡੇ ਉੱਤੇ ਇੱਥੇ ਆ ਕੇ ਜਿਹੜੀਆਂ ਤੁਹਾਨੂੰ ਤਰਲੇ ਕੀਤੇ ਜਾ ਰਹੇ ਨੇ ਜਾਂ ਤੁਹਾਡੇ ਨਾਲ ਬੜੇ ਧਿਆਨ ਨਾਲ ਗੱਲ ਕੀਤੀ ਜਾ ਰਹੀ ਹੈ ਵੀ ਤੁਸੀਂ ਸੰਸਕਾਰ ਕਰ ਦਿਓ, ਆਪਾਂ ਸ਼ੁਰੂ ਕਰਨੇ ਆ। ਤੇ ਇਹ ਗੱਲ ਜਿਹੜੀ ਆ ਮੈਂ ਕਹਿਣਾ ਵੀ ਤੁਸੀਂ ਇੱਕ ਵਾਰੀ ਪੂਰੀ ਦੁਨੀਆ ਨੂੰ, ਤੁਹਾਡੇ ਸਿਰ ਤੇ ਇਹ ਨਹੀਂ ਉਸਰਨੀ ਆ, ਤੁਸੀਂ ਇੱਕ ਵਾਰੀ ਦੁਨੀਆ ਨੂੰ ਦੱਸੋ ਕਿ ਕੀ ਜਿਹੜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਸੰਸਕਾਰ ਤੇ ਨਹੀਂ ਕਰਦੇ ਤੁਸੀਂ? ਨਹੀਂ ਜੀ ਬਿਲਕੁਲ ਨਹੀਂ ਜੀ। ਲਵਪ੍ਰੀਤ ਦੇ ਪਿਤਾ ਜੀ ਦਾ ਇਹ ਕਹਿਣਾ ਆ ਕਿ ਜਿੰਨਾ ਚਿਰ ਸਾਡੇ ਕੋਲ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਇਸ ਬੇਟੇ ਦਾ ਸੰਸਕਾਰ ਨਹੀਂ ਕੀਤਾ ਜਾਊਗਾ। ਜੀ ਅੱਜ ਦਾ ਦੱਸੇਗੇ ਜੀ ਜਿਹੜਾ ਇਹ ਘਟਨਾ ਹੋਈ ਸੀ ਸਰਕਾਰ ਨਾਲ ਕੀ ਗੱਲਬਾਤ ਹੋਈ ਹੈ ਕਿ ਕਹੀਂ ਇਸ ਘਟਨਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਿਛਲੇ ਮਹੀਨੇ ਦੀ 25 ਤਰੀਕ ਨੂੰ ਜੀ 25 ਤਰੀਕ ਨੂੰ ਇਹ ਜਿਹੜੇ ਸਾਡੇ ਸੰਸਦ ਜੀ ਹੈ ਜਿਹੜੇ ਹੁਣ ਮੰਤਰੀ ਬਣ ਕੇ ਆਏ ਆ, ਇਹਨਾਂ ਦਾ ਪਲੀਏ ਦਾ ਸੰਪੂਰਨ ਨਗਰ ਦਾ ਦੌਰਾ ਸੀ ਤੇ ਪਲੀਏ ਦੀ ਸੰਗਤ ਨੇ ਉੱਥੇ ਮਿਲ ਕੇ ਤੇ ਇਹਨਾਂ ਨੂੰ ਕਾਲੇ ਝੰਡੇ ਵਿਖਾਏ ਸੀ। ਇਸ ਬੰਦੇ ਨੂੰ ਕਾਲੇ ਝੰਡਿਆਂ ਤੋਂ ਇੰਨੀ ਕੁ ਅਲਰਜੀ ਹੋਈ ਹੈ ਵੀ ਇਹਨੇ ਬੜਾ ਵੱਧ ਘੱਟ ਕਿਹਾ ਸੀ ਤੇ ਇਹ ਵੀ ਕਿਹਾ ਸੀ ਵੀ ਤੁਹਾਨੂੰ ਪਲੀਆ ਨਿਰਾ ਨਹੀਂ, ਤੁਹਾਨੂੰ ਲਖੀਮਪੁਰ ਤੋਂ ਛਡਾ ਦਿਆਂਗਾ ਤੇ ਤੁਹਾਡਾ ਉਹ ਹਾਲ ਕਰਾਂਗੇ ਜਿਹੜਾ ਅੱਜ ਤੱਕ ਕਿਸੇ ਦਾ ਨਾ ਹੋਇਆ। ਤੁਸੀਂ ਮੇਰਾ ਇਤਿਹਾਸ ਨਹੀਂ ਜਾਣਦੇ। ਤੇ ਇਹਦੇ ਇਤਿਹਾਸ ਬਾਰੇ ਜਦੋਂ ਇਹਨੇ ਕਿਹਾ ਮੇਰਾ ਕੋਈ ਇਤਿਹਾਸ ਨਹੀਂ ਜਾਣਦੇ ਤੇ ਇੱਥੋਂ ਇੱਕ ਮੁੰਡੇ ਨੇ ਵੀਡੀਓ ਪਾਤੀ ਵੀ ਤੇਰਾ ਇਤਿਹਾਸ ਜੀ ਬੜੀ ਚੰਗੀ ਤਰ੍ਹਾਂ ਜਾਣਦੇ ਆ ਵੀ ਤੇਰਾ ਅੱਗੜ ਤੇ ਪਿਛੋਕੜ ਹੈ ਕੀ ਆ, ਵੀ ਤੂੰ ਬਲੈਕੀਆ ਵੀ ਰਿਹਾ, ਤੂੰ ਚੋਰ ਵੀ ਰਿਹਾ, ਤੂੰ ਕਾਤਲ ਵੀ ਰਿਹਾ, ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਤੂੰ ਨਹੀਂ ਕੀਤਾ। ਤੇ ਉਹਦੇ ਉੱਤੇ ਇਹਨੇ ਮੁਕੱਦਮਾ ਲਿਖਾ ਦਿੱਤਾ। ਤੇ ਉਹ ਜਿਹੜਾ ਇਹਨੇ ਕਿਹਾ ਸੀ ਵੀ ਮੇਰਾ ਪਿਛੋਕੜ ਤੁਹਾਨੂੰ ਨਹੀਂ ਪਤਾ, ਤੇ ਇੱਕ ਮੈਂ ਵੀ ਵੀਡੀਓ ਪਾਈ ਸੀ ਤੇ ਮੈਂ ਇਹਨੂੰ ਇਹ ਗੱਲ ਕਹੀ ਸੀ ਵੀ ਤੇਰਾ ਪਿਛੋਕੜ ਤੇ ਸਾਨੂੰ ਪਤਾ ਪਰ ਸਾਡਾ ਪਿਛੋਕੜ ਤੈਨੂੰ ਨਹੀਂ ਪਤਾ। ਤੇ ਸਾਡੇ ਨਾਲ ਪ੍ਰੇਮ ਦੇ ਨਾਲ ਤੇ ਭਾਵੇਂ ਸਾਡੇ ਉੱਤੋਂ ਜਿਹੜਾ ਪੂਰੀ ਦੀ ਪੂਰੀ ਗੱਡੀ ਕੋਈ ਕੱਢਦਾ, ਪਰ ਜੇ ਸਾਨੂੰ ਉਂਗਲੀ ਕਰੇ ਕੋਈ ਤੇ ਫਿਰ ਅਸੀਂ ਅੰਗਰੇਜ਼ਾਂ ਨੂੰ ਪੁੱਛ ਕੇ ਵੇਖ ਲਈਏ ਵੀ ਅਸੀਂ ਲੰਡਨ ਤੱਕ ਉਹਦਾ ਪਿੱਛਾ 20 ਸਾਲਾਂ ਬਾਅਦ ਵੀ ਨਹੀਂ ਛੱਡਦੇ। ਖੈਰ ਉਹ ਪਿਛਲੀ ਜਦੋਂ ਹੋਈ ਨਿਪੜੀ ਤੇ ਕੱਲ ਜਿਹੜੀ ਸਾਡੀ ਇੱਥੇ ਕਿਸਾਨਾਂ ਦੀ ਇੱਕ ਪੰਚਾਇਤ ਨਹੀਂ ਸੀ, ਅਸੀਂ ਕਾਲੇ ਝੰਡੇ ਵਿਖਾਉਣ ਵਾਸਤੇ ਫਿਰ ਇੱਥੇ ਆਏ ਸਾਂ। ਇਸੇ ਸੰਸਦ ਦੇ ਘਰ ਇੱਕ ਸਾਡੇ ਇੱਥੋਂ ਦੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਕੇਸ਼ਵ ਪ੍ਰਸਾਦ ਮੌਰੀਆ, ਉਹਨਾਂ ਆਉਣਾ ਸੀ ਤੇ ਇਹ ਸੰਗਤ ਨੇ ਇੱਕ ਫੈਸਲਾ ਕੀਤਾ ਵੀ ਅਸੀਂ ਇਹਨਾਂ ਨੂੰ ਕਾਲੇ ਝੰਡੇ ਵਿਖਾਉਣੇ ਨੇ ਤੇ ਕੱਲ ਕਾਲੇ ਝੰਡੇ ਵਿਖਾਉਣ ਵਾਸਤੇ ਇੱਥੇ ਪਹੁੰਚੇ ਸਨ। ਆ ਜਿਹੜਾ ਸਾਹਮਣੇ ਤੁਸੀਂ ਮੈਦਾਨ ਵੇਖਣ ਡਏ ਜੇ, ਇਸ ਮੈਦਾਨ ਦੇ ਵਿੱਚ ਹੈਲੀਪੈਡ ਬਣਿਆ ਸੀ ਤੇ ਪ੍ਰੋਗਰਾਮ ਸੀ ਵੀ ਇਹ ਹੈਲੀਕਾਪਟਰ ਤੇ ਆਉਣਗੇ। ਇਸ ਕਰਕੇ ਆਪਣੇ ਸਾਰੇ ਜੀ ਜਿਹੜੇ ਨੇ ਇੱਥੇ ਇਸ ਮੈਦਾਨ 'ਚ ਇਕੱਠੇ ਹੋ ਗਏ ਤੇ ਪਤਾ ਬਾਅਦ 'ਚ ਇਹ ਲੱਗਾ ਵੀ ਉਹ ਹੈਲੀਕਾਪਟਰ ਦੇ ਨਾਲ ਆ ਕੇ ਤੇ ਬਾਈ ਰੋਡ ਆ ਰਿਹਾ ਤੇ ਇਹ ਇੱਥੇ ਖੈਰ ਜੰਮੇ ਰਹੇ। ਜਦੋਂ ਹੌਲੀ ਹੌਲੀ ਸ਼ਾਮ ਹੋ ਗਈ ਇਹਨਾਂ ਵੇਖਿਆ ਵੀ 3:30 ਵੱਜ ਚੱਲੇ ਨੇ ਤੇ ਹੁਣ ਤੇ ਉਹ ਨਿਕਲ ਗਿਆ ਹੋਣਾ ਵਾਪਸ। ਤੇ ਚਲੋ ਸਾਡੀ ਇੰਨੀ ਬੜੀ ਜਿੱਤ ਆ ਵੀ ਅੱਜ ਇੱਕ ਆਪ ਮੰਤਰੀ, ਇੱਕ ਇੱਥੋਂ ਦਾ ਉਪ ਮੁੱਖ ਮੰਤਰੀ ਸਟੇਟ ਦਾ, ਤੇ ਡਰਦੇ ਸਾਡੇ ਇਸ ਪਾਸੇ ਨਹੀਂ ਆਏ, ਦੂਜੇ ਪਾਸੇ ਲੰਘ ਗਏ ਤੇ ਇਹਨੂੰ ਆਪਣੀ ਜਿੱਤ ਮੰਨ ਕੇ ਸਾਰੇ ਜਣੇ ਵਾਪਸ ਤੁਰ ਪਏ ਨੇ। ਜਦੋਂ ਸੜਕ ਤੇ ਆ ਕੇ ਥੋੜਾ ਚੱਲੇ ਨੇ ਤੇ ਇੱਥੋਂ 3.5 ਕਿਲੋਮੀਟਰ ਦਾ ਘਰ ਹੈ ਸੰਸਦ ਦਾ ਜਿੱਥੇ ਆਪਾਂ ਬੈਠੇ ਆ। ਉੱਥੋਂ ਇਹਦਾ ਮੁੰਡਾ 3 ਗੱਡੀਆਂ ਲੈ ਕੇ ਆਇਆ। ਉਹ ਪਿੱਛੋਂ ਜਾਂਦੇ ਹੋਇਆਂ ਦੀ ਇੰਨੀ ਸਪੀਡ ਦੇ ਨਾਲ ਗੱਡੀਆਂ ਉੱਤੇ ਚੜਾਈਆਂ ਨੇ ਵੀ 2 ਬੰਦੇ ਸਾਡੇ ਜਿਹੜੇ ਕਿਸਾਨ ਨੇ ਇੱਥੇ ਖਤਮ ਹੋ ਗਏ ਤੇ 2 ਸਾਡੇ ਜਿਹੜੇ ਹਸਪਤਾਲ ਜਾ ਕੇ ਖਤਮ ਹੋਏ ਤੇ 15 ਨੂੰ ਸਾਡੇ ਜਿਹੜੇ ਨੇ ਬੜੀਆਂ ਸੀਰੀਅਸ ਉਹਨਾਂ ਨੂੰ ਚੋਟਾਂ ਨੇ, ਜਿਨ੍ਹਾਂ 'ਚੋਂ ਇੱਕ ਸਾਡੇ ਤੇਜਿੰਦਰ ਸਿੰਘ ਵਿਰਕ ਜਿਨ੍ਹਾਂ ਦੇ ਹੈਡ ਇੰਜਰੀ ਹੈ, ਉਹਨਾਂ ਨੂੰ ਅਸੀਂ ਵਿਦਾਂਤਾ ਦਿੱਲੀ ਲੈ ਕੇ ਗਏ ਕੱਲ। ਇਹ ਸਾਡੇ ਸਾਰੇ ਜੀਆਂ ਦੀ ਹਾਲਤ। देखिए, जब इतना जघन्य अपराध हुआ है और परिस्थिति इतनी विषम है इस समय, पोस्टमार्टम होने के साथ साथ ही वो पोस्टमार्टम रिपोर्ट बना दी जाती है। ऐसा कुछ नहीं है कि अलग से बनाई जाएगी या बाद में बनाई जाएगी। उधर पोस्टमार्टम होता रहता है और वो लिखती जाती हैं सारी चीज़ें कैसे कैसे उसी समय बनती है रिपोर्ट, उसी समय रिपोर्ट बनती है। और जब बन गई एक बार वो रिपोर्ट, फिर वो क्यों नहीं दी जा रही है? और यहाँ मैं आपके माध्यम से एक और बताना चाहूँगा, वो रिपोर्ट अगर डीएम साहब को नहीं मिली या डीएम साहब अभी तक हमें नहीं दे पा रहे हैं तो वो मीडिया में कैसे पहुँच गई है? जो मीडिया में उसकी चर्चा हो रही है, जो नेशनल चैनल जो है वो उसको दिखा रहे हैं, नेशनल क्या जो गोदी और दलाल मीडिया है उस पर कैसे पहुंच गई है? जबकि इन्वेस्टिगेशन में ये एक बहुत महत्वपूर्ण है, ये आईओ के अलावा किसी के पास नहीं जाती है। और अगर जाएगी भी तो इस तरह की परिस्थितियों में कंप्लेनेंट जो है उस परिवार को दी जाएगी, कंप्लेनेंट को दी जाएगी, उनको ना देके डीएम को नहीं मिली है, मीडिया में कैसे पहुंच गई है? स्वाभाविक है कि कहीं ना कहीं इस जो इन्वेस्टिगेशन है उसको टेम्पर किया जा रहा है। और मैं इसीलिए अभी थोड़ी देर पहले एक चैनल पे बात हो रही थी, मैंने उसलिए यही कहा
क्योंकि केंद्रीय गृह राज्य मंत्री सीधे सीधे इन्वॉल्व है, उनका बेटा इन्वॉल्व है। इसलिए सबसे पहला काम होना चाहिए केंद्रीय गृह राज्य मंत्री को मंत्रिपरिषद से, मंत्रिमंडल से हटाया जाए, ताकि इन्वेस्टिगेशन निष्पक्ष रूप से हो सके, इंडिपेंडेंट रूप से हो सके, क्योंकि वो और उनका बेटा इन्वॉल्व है। अभी तक ऐसा हुआ नहीं है। इन्होंने तो बेशक किसान जथेबंदियां हमारे भाई हैं, उन्होंने भी ये मांग नहीं की कि इसको हटाया जाए। नहीं नहीं, मांग की है, मांग की है। मैंने खुद कहा है ये बात। भाई ये तो आप देखिए कि जब नाम उसका नहीं उसमें रखा गया, उसके बेटे का नाम है, नाम दर्ज है, अभी उनको गिरफ्तार भी नहीं किया गया। लेकिन जब 3-4 दिन पहले वो गृह राज्य मंत्री धमकी दे रहा है और उसके बाद में ये घटना घट जाती है, तो ये लिंक हो गया, नहीं हो गया? हो नहीं है? तो जब लिंक हो गया, इसका मतलब ये है कि सेक्शन 120 भी आपराधिक षड्यंत्र, वो इसमें शामिल होना चाहिए। और जब वो शामिल हो गया तो 302 उसके ऊपर भी लगेगी। तो ये कहाँ हुआ है? इसीलिए मैं कह रहा हूँ, जब मीडिया में आ रही है रिपोर्ट जो डीएम के पास भी नहीं है, तो इस पूरी इन्वेस्टिगेशन को टेम्पर किया जा रहा है और मीडिया में दे के ये माहौल बनाया जा रहा है कि किसान गलत है, हुआ ऐसे नहीं है, ऐसे है, जबकि वो एक्सरे में आ रही है। निश्चित झूठ बोल रहे हैं कि डीएम के पास अभी रिपोर्ट ही नहीं आई, 4 बजे तक आएगी। मैं समझता हूँ अगर डीएम साहब ये कह रहे हैं, अन्यथा डीएम साहब को कहना चाहिए इसमें क्या दिक्कत थी कि ये लो रिपोर्ट मैं दे रहा हूँ आपको। अगर वो इतने ही निष्पक्ष हैं और वो इतने ही संवेदनशील हैं, 1 मिनट लगती है कि ये रही रिपोर्ट। डीएम के पास कितनी पावर, मैं एक उदाहरण देके बताऊंगा। अब से करीब 40 से 45 साल पुरानी बात होगी, मैं बहुत छोटा था, हमारे गांव में आग लगी थी। मेरे पिताजी वहां पर एडवोकेट थे, बुलंदशहर डिस्ट्रिक्ट की बात है, उत्तर प्रदेश में। जब आग लगी, पापा ने तुरंत डीएम को अगले ही दिन जाके वहां पे रिपोर्ट करी और शाम को आके खुद हमारे घर पे आके डीएम पैसे लेके आके उसने बांटे हैं सबको। तो डीएम के हाथ में इतना सारा फंड होता है, आप जरा सी देर में ट्रांसफर कीजिए, उसको क्या दिक्कत है आपको? क्यों आप घोषणाएं लटका रहे हैं? फंड की ये बात है, फंड की तो डीएम के पास में सारी पावर होती है, कोई कमी नहीं है। डीएम सब कुछ उनके अंडर में है। तो ये सब शासन प्रशासन गोलमोल करके बात को, डीएम के पास हर तरह की पावर है, वो एक तरह से पूरे डिस्ट्रिक्ट का मालिक है। उनके पास पोस्टमार्टम रिपोर्ट भी होगी, नहीं है तो दुख की बात है। और बाहर कैसे पहुंच गई? दूसरी बात यह है कि बाहर पहुंच के इसका मतलब टेम्पर किया जा रहा है। तो फिर हम लोगों को इस बात का शक है कि पोस्टमार्टम रिपोर्ट में वाकई में कुछ ना कुछ हेरफेर की गई होगी। 100%। तो फिर हमारी मांग ये है कि भाई दोबारा से जो है पोस्टमार्टम दोबारा से करवाइए, पैसे आप तुरंत ट्रांसफर करवाइए, आपको सारे अधिकार हैं आपके। जब आप हमें कुछ भी नहीं दे रहे हैं, कुछ भी बता नहीं रहे हैं और बार बार ये कह रहे हैं कि सब अंतिम संस्कार करें, क्यों करें भाई अंतिम संस्कार? कल का कह रहे हैं, शाम तक का। परिवार से हमारा बच्चा गया है, उनसे पूछो, जिस परिवार का बेटा छिन गया, उन बहनों से पूछो, उस माँ से पूछो जिनका वो इतना लाडला चला गया। इसकी भरपाई कभी नहीं हो सकेगी। हमारे बीच से जो साथी गया है, 19 साल की उम्र, क्या उम्र होती है? बच्चा बिल्कुल बच्चा है, उसकी भरपाई नहीं हो सकती, इंसाफ कभी नहीं मिलेगा। और ये जो चीजें हो रही हैं, इस तरह से तो अपराधियों को बचाने की साजिश की जा रही है। ਅਪਰਾਧੀਆਂ ਨੂੰ ਬਚਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਸੀਨੀਅਰ ਵਕੀਲ ਸੁਪਰੀਮ ਕੋਰਟ ਤੋਂ ਭਾਨੂ ਪ੍ਰਤਾਪ ਜੀ ਨੇ ਟੈਕਨੀਕਲ ਜਿਹੜੀਆਂ ਗੱਲਾਂ ਸਨ ਸਾਰੀਆਂ ਉਹ ਦੱਸੀਆਂ ਨੇ ਕਿ ਕਿਵੇਂ ਐਫਆਈਆਰ ਲਾਂਚ ਕੀਤੀ ਜਾਂਦੀ ਆ, ਕਿਵੇਂ ਲਿਖੀ ਜਾਂਦੀ ਆ। ਜਿਹੜੀ ਪੋਸਟਮਾਰਟਮ ਰਿਪੋਰਟ ਆ, ਵਕੀਲ ਸਾਹਿਬ ਕਹਿੰਦੇ ਨੇ, ਬਹੁਤ ਸੀਨੀਅਰ ਨੇ, ਕਿ ਉਹ ਰਿਪੋਰਟ ਮੌਕੇ ਤੇ ਹੀ ਤਿਆਰ ਹੋ ਜਾਂਦੀ ਆ। ਤਾਂ ਫਿਰ ਦੇਰੀ ਕਿਉਂ? ਖਦਸ਼ਾ ਕੀਤਾ ਜਾ ਰਿਹਾ ਕਿ ਉਹਦੇ ਵਿੱਚ ਕੁਝ ਨਾ ਕੁਝ ਫੇਰ ਬਦਲ ਜ਼ਰੂਰ ਹੋਏਗਾ। ਸੋ ਸਾਰੇ ਇਸ ਨਾਲ ਸੰਬੰਧਿਤ ਸੰਘਰਸ਼ਮਈ ਲੋਕਾਂ ਨੂੰ ਤੇ ਸਾਡੇ ਲੀਡਰ ਸਾਹਿਬਾਨਾਂ ਨੂੰ ਇਹ ਗੱਲ ਸੋਚਣੀ ਪਏਗੀ।